ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं अमरवीर सिंह ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਕਰਦਾ। ਵਿਊਅਰਸ, ਜਿੱਥੇ ਅੱਜ ਪੰਜਾਬ ਵਿੱਚ ਥਾਂ-ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਹਨ, ਉੱਥੇ ਹੀ ਪੰਜਾਬ ਅਤੇ ਸਿੱਖਾਂ ਨਾਲ ਸੰਬੰਧਿਤ ਹੋਰ ਕਈ ਮਸਲੇ ਅੱਜ ਪੰਜਾਬ ਵਾਸੀਆਂ ਅਤੇ ਬਾਹਰਲੇ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਲਈ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਨਵੰਬਰ ਵਿੱਚ ਸਰਬੱਤ ਖਾਲਸਾ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਤੋਂ ਗਏ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰੇਸ਼ਮ ਸਿੰਘ ਦੀ ਉੱਥੇ ਪਹੁੰਚਦਿਆਂ ਹੋਈ ਗ੍ਰਿਫਤਾਰੀ ਅਤੇ ਉਹਨਾਂ ਦੇ ਕੇਸ ਸੰਬੰਧੀ ਅਸੀਂ ਪਹਿਲਾਂ ਵੀ ਇਸ ਸ਼ੋਅ ਵਿੱਚ ਗੱਲ ਕਰ ਚੁੱਕੇ ਹਾਂ। ਅੱਜ ਅਸੀਂ ਭਾਈ ਰੇਸ਼ਮ ਸਿੰਘ ਨਾਲ ਪੰਥ ਨੂੰ ਦਰਪੇਸ਼ ਸਮੱਸਿਆਵਾਂ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਸੰਬੰਧੀ ਗੱਲਬਾਤ ਕਰਾਂਗੇ ਕਿ ਪੰਜਾਬ ਵਿੱਚ ਇਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਕੀ ਸੋਚਦੇ ਹਨ। ਭਾਈ ਰੇਸ਼ਮ ਸਿੰਘ ਜੀ ਸਾਡੇ ਨਾਲ ਜਲੰਧਰ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਰੇਸ਼ਮ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਤੁਹਾਡੇ ਸਰੋਤਿਆਂ ਨੂੰ ਉਹ ਤੁਹਾਡੀ ਟੀਮ ਨੂੰ ਸਾਰਿਆਂ ਨੂੰ ਫਤਿਹ ਅੱਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਰੇਸ਼ਮ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹਾਂ ਤੁਹਾਡੇ ਕੇਸ ਤੋਂ, ਅੱਜ ਦੀ ਵਿਚਾਰ ਚਰਚਾ ਦੀ। ਜਿਹੜਾ ਦੇਸ਼ ਧਰੋਹ ਦਾ ਕੇਸ ਸੀਗਾ ਤੁਹਾਡਾ, ਜਿਵੇਂ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ, ਸੋ ਮੈਂ ਉਹਦੀ ਤੁਹਾਡੇ ਕੋਲੋਂ ਅਪਡੇਟ ਜਾਣਨੀ ਚਾਹੂੰਗਾ ਕਿ ਉਹਦੀ ਬਾਅਦ 'ਚ ਵੀ ਸੁਣਵਾਈ ਹੋਈ ਹੈ। ਅੱਜ ਦੀ ਡੇਟ ਦੇ ਵਿੱਚ ਉਹਦਾ ਜਿਹੜਾ ਸਟੇਟਸ ਹੈਗਾ ਕੀ ਹੈ, ਕੀ ਅਪਡੇਟ ਹੈਗੀ ਹੈ ਤੁਹਾਡੇ ਕੇਸ ਦੇ ਸੰਬੰਧ ਦੇ ਵਿੱਚ? ਜਿਵੇਂ ਬਹੁਤ ਸਾਡੇ ਵੀਰਾਂ ਨੂੰ ਪਤਾ ਹੈ ਕਿ ਨਵੰਬਰ 2015 ਚ ਜਿਹੜਾ ਸਰਬੱਤ ਖਾਲਸਾ ਹੋਇਆ ਸੀਗਾ, ਜਿਹਦੇ ਚ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਹਿੰਸਕ ਗੱਲ ਨਹੀਂ ਹੋਈ, ਉਹਦੇ ਬਾਵਜੂਦ ਵੀ ਤਕਰੀਬਨ 27 ਬੰਦੇ ਜਿਹੜੇ ਆ ਤੇ ਕੇਸ ਦਰਜ ਕੀਤੇ ਗਏ ਸੀ, ਜਿਨ੍ਹਾਂ ਦੇ ਵਿੱਚੋਂ 7 ਜਿਹੜੇ ਸੀਗੇ ਐਨਆਰਆਈ ਸੀ ਤੇ ਬਾਕੀ ਜਿਹੜਾ ਇੱਥੋਂ ਲੋਕਲ ਸਾਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਯੂਨਾਈਟਿਡ ਅਕਾਲੀ ਦਲ ਦੇ ਕੁਝ ਸਿੰਘ ਸੀਗੇ। ਸੋ ਉਸ ਤੋਂ ਬਾਅਦ ਉਹਨਾਂ ਨੇ 12 ਨਵੰਬਰ ਨੂੰ ਕੇਸ ਦਰਜ ਕੀਤੇ ਸਵੇਰੇ, ਤੇ ਉਸ ਤੋਂ ਬਾਅਦ ਗ੍ਰਿਫਤਾਰੀਆਂ ਸ਼ੁਰੂ ਕੀਤੀਆਂ। ਆਲਮੋਸਟ ਜਿਹੜੇ ਇੱਥੋਂ ਲੋਕਲ ਜਿਹੜੇ ਸਿੰਘ ਸੀਗੇ ਉਹਨਾਂ ਦੀਆਂ ਸਾਰਿਆਂ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਤੇ ਮੈਂ ਵੀ ਜ਼ਮਾਨਤ ਤੋਂ ਬਾਹਰ ਆਇਆ। ਤੇ ਇਹਨਾਂ ਨੇ ਏਅਰਪੋਰਟ ਤੋਂ ਮੈਨੂੰ ਅਰੈਸਟ ਕੀਤਾ ਸੀਗਾ। ਉਸ ਤੋਂ ਬਾਅਦ 45 ਦਿਨ ਇਹਨਾਂ ਨੇ ਮੈਨੂੰ ਅੰਮ੍ਰਿਤਸਰ ਜੇਲ੍ਹ 'ਚ ਰੱਖਿਆ। ਉਸ ਤੋਂ ਬਾਅਦ ਜ਼ਮਾਨਤ ਦੇ ਉੱਤੇ ਹਾਈ ਕੋਰਟ ਦੇ ਉੱਤੋਂ ਜ਼ਮਾਨਤ ਹੋਈ ਹੈ। ਮੇਰੇ ਕੇਸ ਦੀ ਸਟੇਟਸ ਇਹ ਹੈ ਕਿ ਬਾਕੀ ਫਰਵਰੀ ਦੀ 2 ਤਰੀਕ ਇਹਨਾਂ ਨੇ ਮੈਨੂੰ ਦਿੱਤੀ ਹੈ ਅਪੀਲ ਹੋਣ ਦੀ, ਤੇ ਪਾਸਪੋਰਟ ਮੇਰਾ ਇਹਨਾਂ ਨੇ ਹੋਲਡ ਕੀਤਾ ਹੋਇਆ ਜੀ। ਉਹਦੇ ਵਾਸਤੇ ਵੀ ਅਸੀਂ ਅਰਜ਼ੀ ਜਿਹੜੀ ਹੈ ਅਦਾਲਤ ਵਿੱਚ ਲਾਈ ਹੋਈ ਹੈ। ਇਹ ਹੈਗਾ ਜੀ ਇਹਦਾ ਕੇਸ ਸਟੇਟਸ ਹੈ। ਤੇ ਅਜੇ ਤੱਕ 14 ਮਹੀਨੇ ਹੋ ਗਏ ਪੂਰੇ, ਇਹਨਾਂ ਨੇ ਅਜੇ ਤੱਕ ਚਲਾਨ ਨਹੀਂ ਪੇਸ਼ ਕੀਤਾ ਇਹਦਾ ਕੇਸ ਦਾ ਜੀ। ਰੇਸ਼ਮ ਸਿੰਘ ਜੀ, ਇਹਨਾਂ ਹਾਲਾਤਾਂ ਦੇ ਵਿੱਚ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਚਲਾਨ ਵੀ ਹਜੇ ਤੱਕ ਨਹੀਂ ਪੇਸ਼ ਕੀਤਾ ਗਿਆ, ਸੋ ਜਿਹੜੇ ਤੁਹਾਡੇ ਪੱਖ ਦੇ ਵਕੀਲ ਹੈਗੇ ਆ ਉਹਨਾਂ ਦੀ ਕੀ ਰਾਏ ਆ ਕਿ ਇਹਨੂੰ ਕਿੰਨਾ ਕੁ ਸਮਾਂ ਹੋਰ ਲੱਗ ਸਕਦਾ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੇਸ ਹੈ ਉਹ ਕੀ ਰੁਖ ਲੈ ਸਕਦਾ ਹੈ? ਦੇਖੋ ਜੀ, ਇੱਕ ਤਾਂ ਇਹ ਗੱਲ ਮੈਂ ਕਲੀਅਰ ਕਰਨਾ ਚਾਹੁੰਦਾ ਵੀ ਇੱਕ ਪੋਲੀਟੀਕਲ ਰਿਵੈਂਜ ਹੈਗਾ, ਇਹ ਕੋਈ ਕਾਨੂੰਨ ਤੇ ਆਧਾਰਿਤ ਕੇਸ ਨਹੀਂ ਹੈਗਾ ਇਹ ਕੋਈ ਜੀ। ਕਿਉਂਕਿ ਜਿਹੜੀਆਂ ਧਰਾਵਾਂ ਲਾਈਆਂ ਗਈਆਂ ਦੇਸ਼ ਹੋ ਰਹੀਆਂ ਜਾਂ ਉੱਥੇ ਜੀ ਵਾਇਲੈਂਸ ਹੋ ਸਕਦੀ ਸੀ, ਦੰਗੇ ਹੋ ਸਕਦੇ ਸੀ, ਜਿਹੜੇ 124 ਤੇ ਪੂਰੇ ਹਜੇ ਕੁਛ ਇਹਨਾਂ ਨੇ ਧਰਾਵਾਂ ਲਾਈਆਂ ਹੋਈਆਂ, ਉਹਦੇ 'ਚ ਕੋਈ ਸੱਚਾਈ ਨਹੀਂ ਹੈਗੀ ਕੇਸ ਦੇ ਵਿੱਚ। ਈਵਨ SSP ਤੱਕ ਜਿਹੜੀ ਸਾਡੀ ਗੱਲਬਾਤ ਹੋਈ, ਉਹਨਾਂ ਨੇ ਕਿਹਾ ਜੀ ਇਹ ਪੋਲੀਟੀਕਲ ਕੇਸ ਹੈ ਜੀ, ਇਹਦੇ 'ਚ ਕੋਈ ਜੇ ਕਾਨੂੰਨੀ ਗੱਲ ਕਰੀਏ ਤਾਂ ਕੋਈ ਉਹਦੇ ਵਿੱਚ ਹੈ ਨਹੀਂ। ਇਸੇ ਕਰਕੇ ਇਹੀ ਕਾਰਨ ਹੈ ਕਿ ਕੋਈ ਨਾ ਕੋਈ ਜਿਹੜਾ ਸਬੂਤ ਨਹੀਂ ਹੈਗਾ ਜੇ ਜਿਹੜਾ ਇਹ ਸ਼ੋਅ ਕਰਦਾ ਹੋਵੇ ਵੀ ਕੋਈ ਦੇਸ਼ ਦੇ ਖਿਲਾਫ, ਕਾਨੂੰਨ ਦੇ ਖਿਲਾਫ ਕੋਈ ਗੱਲ ਕੀਤੀ ਗਈ ਹੈ ਜੀ। ਪੋਲੀਟੀਕਲੀ ਜੋ ਕੁਛ ਗੱਲਾਂ 'ਚ ਹੋ ਰਿਹਾ, ਅਕਾਲੀ ਦਲ ਕਰ ਰਿਹਾ, BJP ਕਰ ਰਹੀ, ਕਾਂਗਰਸ ਕਰ ਰਹੀ ਹੈ, ਉਹਦੇ ਸੰਬੰਧ ਦੇ ਵਿੱਚ ਗੱਲਬਾਤ ਹੋਈ ਹੈ। ਤੇ ਪੋਲੀਟੀਕਲੀ ਜਿਹੜੀ ਗੱਲ ਗਲਤ ਹੋ ਰਹੀ ਹੈ ਉਹ ਕਹਿਣ ਦਾ ਹੱਕ ਸਾਰਿਆਂ ਨੂੰ ਹੈਗਾ ਕੇਸ ਦੇ ਵਿੱਚ ਕੁਛ ਨਹੀਂ ਹੈਗਾ। ਪਰ ਜਿਵੇਂ ਹੁਣ ਇੱਥੋਂ ਦਾ ਜਿਵੇਂ ਆਪਾਂ ਜਾਣਦੇ ਹਾਂ ਸਾਰੇ ਕਿ ਕਾਨੂੰਨ ਤਾਂ ਇੱਥੇ ਕੋਈ ਹੈ ਨਹੀਂ ਹੈ, ਜਿਹੜੀ ਗੱਲ ਪੋਲੀਟੀਕਲ ਲੀਡਰ ਨੇ ਕਿਸੇ ਨੇ ਮੂੰਹੋਂ ਕਹਿ ਦਿੱਤੀ ਉਹੀ ਕਾਨੂੰਨ ਬਣ ਜਾਂਦਾ ਹੈ ਜੀ। ਇਹ ਇੱਕ ਬਹੁਤ ਵਕੀਲਾਂ ਦਾ ਇਸ ਵੇਲੇ ਸੁਝਾਅ ਇਹ ਹੈ ਵੀ ਇਹਨੂੰ ਅਸੀਂ ਬੈਂਕੀ ਤੌਰ ਤੇ ਇਹਨੂੰ ਨਹੀਂ ਪ੍ਰੋਸੀਡ ਕਰਾਂਗੇ। ਇਹ ਅਗਲਾ ਜਿਹੜੀ ਹੈ ਸਰਕਾਰ ਹੈ, ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਬਦਲਣਗੀਆਂ ਜੀ। ਇਹਨਾਂ ਕੇਸਾਂ ਦਾ ਕੀ ਬਣੂਗਾ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਪਰ ਧਰਾਵਾਂ ਜਿਸ ਤਰੀਕੇ ਨਾਲ ਆਈਆਂ ਗਈਆਂ ਉਸ
ਐਸਾ ਕੇਸ ਹੈ ਕੋਈ ਜੀ। ਰੇਸ਼ਮ ਸਿੰਘ ਜੀ, ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਜਿਹੜੇ ਇਹ ਕੇਸ ਹੈਗੇ ਆ ਇਹ ਸਾਰੇ ਪੋਲੀਟਿਕਸ ਤੋਂ ਪ੍ਰਭਾਵਿਤ ਹੈਗੇ ਆ, ਸਿਆਸੀ ਰੰਜਿਸ਼ ਤੋਂ ਕਹਿ ਲਓ ਜਾਂ ਜਿਹੜੀ ਵਿਚਾਰਧਾਰਾ ਦੀ ਗੱਲ ਹੈਗੀ ਹੈ ਉਹਨੂੰ ਲੈ ਕੇ ਉਹਨੂੰ ਨਿਸ਼ਾਨਾ ਬਣਾਉਣ ਲਈ ਇਹ ਬਣਾਏ ਗਏ ਆ। ਸੋ ਅਸੀਂ ਪੋਲੀਟਿਕਸ ਦੀ ਵੀ ਗੱਲਬਾਤ ਕਰਦੇ ਹਾਂ, ਪਰ ਜਿੱਥੋਂ ਇਹ ਸਰਬੱਤ ਖਾਲਸਾ ਦੀ ਵੀ ਸ਼ੁਰੂਆਤ ਹੁੰਦੀ ਹੈ, ਜਦੋਂ ਅਸੀਂ 2014 ਦੀਆਂ ਘਟਨਾਵਾਂ ਦੇਖਦੇ ਹਾਂ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਸ਼ੁਰੂਆਤ ਹੁੰਦੀ ਹੈ ਪੰਜਾਬ ਦੇ ਵਿੱਚ, ਤੇ ਹੁਣ ਤੱਕ ਲਗਭਗ 100 ਤੋਂ ਉੱਪਰ ਜਿਹੜੀ ਹੈ ਉਹ ਗਿਣਤੀ ਸਾਹਮਣੇ ਆਉਂਦੀ ਹੈ ਜਦੋਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ। ਸੋ ਅੱਜ ਦੀਆਂ ਵੀ ਜਦੋਂ ਅਸੀਂ ਖਬਰਾਂ ਦੇਖਦੇ ਹਾਂ ਤਾਂ 2 ਘਟਨਾਵਾਂ ਮੁੱਖ ਤੌਰ ਤੇ ਸਾਹਮਣੇ ਆਈਆਂ ਨੇ। ਇੱਕ ਦਰਬਾਰ ਸਾਹਿਬ ਦੇ ਵਿੱਚ ਜਦੋਂ ਪਰਿਕਰਮਾ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ, ਤੇ ਇੱਕ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸਰੋਆ ਪਿੰਡ ਦੇ ਵਿੱਚ ਜਿਹੜੀ ਹੈ ਬੇਅਦਬੀ ਦੀ ਘਟਨਾ ਇੱਕ ਸਾਹਮਣੇ ਆਈ ਹੈ। ਸੋ ਪੰਜਾਬ ਦੇ ਵਿੱਚ ਇਹਨਾਂ ਘਟਨਾਵਾਂ ਨੂੰ ਲੈ ਕੇ ਜਦੋਂ ਅਸੀਂ ਪਿਛਲੇ ਸਮੇਂ ਨੂੰ ਦੇਖਦੇ ਹਾਂ ਤਾਂ ਸੰਗਤ ਦੇ ਵਿੱਚ, ਸਿੱਖਾਂ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ। ਅੱਜ ਚੋਣਾਂ ਦੇ ਮਾਹੌਲ ਦੇ ਵਿੱਚ ਜਦੋਂ ਇਹ ਦੁਬਾਰਾ ਘਟਨਾ ਵਾਪਰੀ ਹੈ ਤਾਂ ਤੁਸੀਂ ਕਿਵੇਂ ਇਹਨੂੰ ਦੇਖਦੇ ਹੋ, ਤੇ ਜਿਹੜੀ ਸਥਿਤੀ ਹੈਗੀ ਹੈ ਉਹ ਕਿਸ ਤਰ੍ਹਾਂ ਦੀ ਬਣਦੀ ਨਜ਼ਰ ਆਉਂਦੀ ਹੈ? ਕਾਰਨ ਇਹ ਹੈ ਕਿ ਜਿੰਨੇ ਵੀ ਥਾਵਾਂ ਤੇ ਇਹ ਘਟਨਾਵਾਂ ਹੋਈਆਂ, ਜਿਹਨਾਂ ਬੰਦਿਆਂ ਨੇ ਵਿਰੋਧ ਕੀਤਾ, ਜਿਹਨਾਂ ਬੰਦਿਆਂ ਨੇ ਪ੍ਰੋਟੈਸਟ ਕੀਤੇ, ਉਹਨਾਂ ਸਾਰਿਆਂ ਦੇ ਖਿਲਾਫ ਅੱਜ ਵੀ ਕੇਸ ਜਿਹੜੇ ਦਰਜ ਨੇ। ਕਿਸੇ ਤੇ 307 ਦਾ ਪਰਚਾ ਉਹਨਾਂ ਨੇ ਦਰਜ ਕੀਤਾ ਹੋਇਆ, ਕਿਸੇ ਤੇ ਕੋਈ ਪਰਚਾ ਉਹਨਾਂ ਦਰਜ ਕੀਤਾ ਹੋਇਆ ਜੀ। ਸੋ ਜਿੱਥੇ ਵੀ ਘਟਨਾਵਾਂ ਵਾਪਰੀਆਂ, ਬਜਾਏ ਸੀ ਕਿ ਉਹ ਜਿਹੜੇ ਲੋਕੀ ਦੋਸ਼ੀ ਸੀਗੇ ਉਹਨਾਂ ਨੂੰ ਫੜਿਆ ਜਾਂਦਾ। ਬਹੁਤ ਸਾਰੇ ਕੇਸਿਸ ਇਹੋ ਜਿਹੇ ਹੈ ਜਿਹੜੇ ਦੋਸ਼ੀ ਸੀ ਮੌਕੇ ਤੇ ਫੜੇ ਗਏ ਆ, ਪਰ ਫਿਰ ਵੀ ਉਹਨਾਂ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ। ਜਿਹੜੇ ਬੰਦੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਬੰਦਿਆਂ ਦੇ ਕੇਸ ਜਿਹੜੇ ਅੱਜ ਵੀ ਚੱਲ ਰਹੇ ਆ, ਕਿਸੇ 307 ਦਾ ਕੋਈ ਹੋਰ ਧਾਰਾ, ਜਿਵੇਂ 751 ਦੀਆਂ ਜਿਹੜੀਆਂ ਬੇਲ ਜਿਹੜੀਆਂ ਜ਼ਮਾਨਤਾਂ ਉਹ ਹਾਈ ਕੋਰਟ ਚੋਂ ਜਾ ਕੇ ਹੋਈਆਂ, ਜਿਹੜੇ ਸੈਸ਼ਨ ਕੋਰਟ ਜਾਂ ਜਿਹੜੀ ਲੋਅਰ ਕੋਰਟ ਹੈ ਉਹਨਾਂ ਨੇ 751 ਦੀਆਂ ਜ਼ਮਾਨਤਾਂ ਵੀ ਨਹੀਂ ਦਿੱਤੀਆਂ ਇਹਨਾਂ ਕੇਸਾਂ ਦੇ ਵਿੱਚ। ਸੋ ਇਹ ਸਿੱਖਾਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਗੱਲ ਜਿਹੜੀ ਸਮਝ ਲੈਣੀ ਚਾਹੀਦੀ ਹੈ ਕਿ ਇਹਦੇ ਪਿੱਛੇ ਕਿਹੜੀ ਜਿਹੜੀ ਰਾਜਨੀਤੀ ਜਿਹੜੀ ਚੱਲ ਰਹੀ ਹੈ। ਔਰ ਬਦਕਿਸਮਤੀ ਇਹ ਹੈ ਕਿ ਪੂਰੇ ਜ਼ੋਰ ਨਾਲ ਹਮਲਾ ਜਿਹੜਾ ਸਿੱਖੀ ਉੱਤੇ ਹੋ ਰਿਹਾ ਹੈ। ਔਰ ਤੁਹਾਡੇ ਸਾਹਮਣੇ ਇੱਕ ਸਿਕੰਦਰ ਮਲੂਕੇ ਦੀ ਜਿਹੜੀ ਘਟਨਾ ਵਾਪਰੀ ਹੈ ਅਰਦਾਸ ਵਾਲੀ ਜੀ, ਬਿਲਕੁਲ ਬਾਅਦ ਕਿੱਡੀ ਬੇਸ਼ਰਮੀ ਨਾਲ ਕਹਿੰਦਾ ਕਿ ਮੈਂ ਫਿਰ ਵੀ ਆਉਣ ਵਾਲੇ ਸਮੇਂ 'ਚ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਪਾਰਟੀਸਪੇਟ ਕਰਦਾ ਰਹੂੰਗਾ। ਇਹ ਸੀ ਕਿ ਜਿਹੜਾ ਚੈਲੰਜ ਹੈ। ਅਸੀਂ ਸਿਰਫ ਗੱਲ ਕਰ ਰਹੇ ਹਾਂ RSS ਦੀ, ਅਸੀਂ ਗੱਲ ਕਰ ਰਹੇ ਹਾਂ ਜਿਹੜੇ ਕੱਟੜ ਹਿੰਦੂਵਾਦੀ ਹੈ ਜਾਂ ਕਿਸੇ ਹੋਰ ਤਸਵੀਰ ਦੀ ਗੱਲ ਕਰਦੇ ਹਾਂ। ਤਾਂ ਇਹ ਜਿਹੜੇ ਸਿੱਖੀ ਧਰਮ ਦੇ ਵਿੱਚ ਸਾਡੇ ਵਿੱਚ ਆ ਗਏ ਨੇ, ਜਿਹੜੇ ਸਿੱਖਾਂ ਦੇ ਦੁਸ਼ਮਣ ਨੇ ਸਭ ਤੋਂ ਵੱਡੇ, ਉਹਨਾਂ ਦੀ ਪਛਾਣ ਕਰਨ ਦੀ ਲੋੜ ਹੈ। ਔਰ ਮੈਂ ਇਸ ਗੱਲ ਤੋਂ ਹੈਰਾਨ ਵੀ ਹੈ ਕਿ ਇੱਥੋਂ ਵਾਲੇ ਲੋਕਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ ਕਿ ਉਹ ਇਹਨਾਂ ਦਾ ਕੋਈ ਵਿਰੋਧ ਜਿਹੜਾ ਭੁੱਖ ਦੇ ਤੌਰ ਤੇ ਨਹੀਂ ਕਰਦੇ। ਪਰ ਬਦਕਿਸਮਤੀ ਇਹ ਹੈ ਕਿ ਦੇਸ਼ਾਂ 'ਚ ਬੈਠੇ ਸਿੱਖ ਪਤਾ ਨਹੀਂ ਕਿਉਂ ਗੁਰੂ ਤੋਂ ਇੰਨੇ ਬੇਮੁਖ ਹੋ ਗਏ ਆ ਕਿ ਉਹ ਇਹਨਾਂ ਪਾਰਟੀਆਂ ਦੀ ਸਪੋਰਟ ਕਰ ਰਹੇ ਨੇ ਜਿਹੜੇ ਖੁੱਲੇ ਤੌਰ ਤੇ ਸਿੱਖੀ ਤੇ ਸਿੱਖਾਂ ਨੂੰ ਚੈਲੰਜ ਕਰ ਰਹੇ ਆ। ਇੱਕ ਬਦਕਿਸਮਤੀ ਦੀ ਗੱਲ ਹੈ। ਇਹ ਇੱਕ ਕਾਰਨ ਹੈਗਾ ਕਿ ਸਿੱਖਾਂ ਦੇ ਵਿੱਚ ਇੱਕ ਇਹ ਨਹੀਂ ਗੱਲ ਹੈ ਕਿ ਗੁਰੂ ਦਾ ਸਤਿਕਾਰ ਘਟ ਗਿਆ, ਇਹ ਨਹੀਂ ਗੱਲ ਹੈ ਕਿ ਸਿੱਖਾਂ ਦੇ ਵਿੱਚ ਰੋਹ ਘਟ ਗਿਆ। ਬਦਕਿਸਮਤੀ ਇਹ ਹੈ ਕਿ ਜਿਹੜੇ ਬੰਦੇ ਕੇਸਾਂ ਵਿੱਚ ਫਸ ਜਾਂਦੇ ਆ ਉਹਨਾਂ ਦੀ ਪੈਰਵੀ ਕਰਨ ਵਾਲਾ ਕੋਈ ਨਹੀਂ ਹੈ। ਸਾਡਾ ਢਾਂਚਾ ਨਹੀਂ ਹੈਗਾ, ਕੋਈ ਲੀਗਲ ਸਾਡੇ ਕੋਲ ਸਟਰਕਚਰ ਨਹੀਂ ਹੈਗਾ ਇੱਦਾਂ ਦਾ ਜਿਹੜਾ ਬਿਨਾਂ ਕਿਸੇ ਸ਼ਰਤ ਤੋਂ ਉਹਨਾਂ ਦੀ ਪੈਰਵੀ ਕਰੇ। ਸੋ ਇਹ ਇੱਕ ਗੱਲ ਹੈਗੀ, ਜਿਹੜਾ ਗਰੀਬ ਬੰਦਾ ਹੈ ਉਹ ਧਾਰਮਿਕ ਤੌਰ ਤੇ ਸਟੇਟ ਹੈ, ਉਹ ਧਾਰਮਿਕ ਤੌਰ ਤੇ ਇਸ ਗੱਲ ਲਈ ਬੜੀ ਐਫਰਟ ਨਹੀਂ ਕਰਦਾ ਕਿ ਇਹ ਜਿਹੀਆਂ ਨਾਜ਼ਰੀਆਂ ਜਿਹੜੀਆਂ ਇਹਨਾਂ ਨੂੰ ਰੋਕਿਆ ਜਾਵੇ। ਬਦਕਿਸਮਤੀ ਇਹ ਹੈ ਕਿ ਜਿਹੜੇ ਲੀਡਰ ਕਹਾਉਣ ਵਾਲੇ ਲੋਕ ਹੈ, ਚਾਹੇ ਧਾਰਮਿਕ ਹੋਣ ਜਾਂ ਉਹ ਪੋਲੀਟੀਕਲ ਹੋਣ, ਉਹਨਾਂ ਦਾ ਰਿਸਪੌਂਸ ਜਿਹੜਾ ਉਹ ਤਾਂ ਆਮ ਸਿੱਖ ਜਿਹੜਾ ਨਿਰਾਸ਼ ਹੈ। ਜੀ ਰੇਸ਼ਮ ਸਿੰਘ ਜੀ, ਇਹ ਸਾਰੇ ਨੂੰ ਜਦੋਂ ਅਸੀਂ ਪੋਲੀਟਿਕਸ ਦੇ ਨਾਲ ਜੋੜ ਕੇ ਦੇਖਦੇ ਹਾਂ, ਤੁਸੀਂ ਸਿਆਸੀ ਪਾਰਟੀਆਂ ਦੀ ਵੀ ਗੱਲ ਕੀਤੀ ਹੈ, ਤਾਂ ਉਹਨਾਂ ਦੇ ਬਾਰੇ ਤੁਹਾਡਾ ਕੀ ਖਿਆਲ ਹੈ? ਅੱਜ ਜੇ ਅਸੀਂ ਪੰਜਾਬ ਦੀ ਪੋਲੀਟਿਕਸ ਤੇ ਨਜ਼ਰ ਮਾਰਦੇ ਹਾਂ ਤਾਂ 2017 ਦੀਆਂ ਜਿਹੜੀਆਂ ਫੈਬਰਵਰੀ 4 ਨੂੰ ਚੋਣਾਂ ਹੋਣੀਆਂ ਨੇ ਉਹ ਸਿਰ ਤੇ ਨੇ, ਤੇ ਮਾਹੌਲ ਇਹ ਵੀ ਬਣਿਆ ਹੋਇਆ। ਖਾਸ ਤੌਰ ਤੇ ਜੇ ਅਸੀਂ ਪਿਛਲੇ ਦਿਨਾਂ ਦੀ ਮੀਡੀਆ ਦੀ ਰਿਪੋਰਟਿੰਗ ਦੇਖਦੇ ਹਾਂ ਤਾਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਆ ਕਿ ਜਿਹੜਾ ਧਾਰਮਿਕ ਜਜ਼ਬਾ ਹੈਗਾ ਲੋਕਾਂ ਦੇ ਵਿੱਚ, ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ, ਉਹ ਕਾਫੀ ਇੱਕ ਉੱਭਰ ਕੇ ਸਾਹਮਣੇ ਆ ਰਿਹਾ, ਤੇ ਉਹ ਵੀ ਇੱਕ ਜਿਹੜਾ ਚੋਣ ਮੁੱਦਾ ਹੈਗਾ ਉਹ ਇੱਕ ਬਣਿਆ ਹੋਇਆ ਹੈਗਾ ਇਸ ਸਿਚੁਏਸ਼ਨ ਦੇ ਵਿੱਚ। ਸੋ ਜਿਹੜੀਆਂ ਮੇਨ ਪਾਰਟੀਆਂ ਹੈਗੀਆਂ ਨੇ, ਉਹ ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ,
ਤੁਹਾਡੀ ਹੋਵੇ ਅਕਾਲੀ ਦਲ ਅੰਮ੍ਰਿਤਸਰ ਜਾਂ ਜਿਹੜੀਆਂ ਹੋਰ ਨੇ ਉਹਨਾਂ ਸਾਰਿਆਂ ਵੱਲੋਂ ਇਹਨੂੰ ਇੱਕ ਕਹਿ ਲਓ ਕਿ ਉਹ ਦੇਖਿਆ ਜਾ ਰਿਹਾ ਕਿ ਅਸੀਂ ਕਿਵੇਂ ਜਿਹੜੇ ਵੋਟਰਸ ਹੈਗੇ ਆ ਉਹਨਾਂ ਨੂੰ ਪ੍ਰਭਾਵਿਤ ਕਰ ਸਕਦੇ ਹਾਂ। ਖਾਸ ਤੌਰ ਤੇ ਜਿਹੜਾ ਅਕਾਲੀ ਦਲ ਬਾਦਲ ਹੈਗਾ ਉਹਦੇ ਤੇ ਜ਼ਰੂਰ ਜਿਹੜਾ ਲੋਕਾਂ ਦਾ ਗੁੱਸਾ ਉਹ ਵੀ ਨਜ਼ਰ ਆ ਰਿਹਾ। ਸੋ ਇਹਨੂੰ ਤੁਸੀਂ ਸਿਆਸੀ ਤੌਰ ਤੇ ਇਹਨੂੰ ਕਿਵੇਂ ਦੇਖਦੇ ਹੋ ਕਿ ਜਿਹੜੀਆਂ ਤੁਸੀਂ ਗੱਲ ਕਰਦੇ ਹੋ ਸਿਆਸੀ ਪਾਰਟੀਆਂ ਨੂੰ ਤੁਸੀਂ ਨਿਸ਼ਾਨਾ ਬਣਾਉਣ ਦੀ ਗੱਲ ਕਰਦੇ ਹੋ ਕਿ ਜਿਹੜੀਆਂ ਜ਼ਿੰਮੇਵਾਰ ਹੈਗੀਆਂ ਨੇ, ਤੇ ਇਹਦੇ 'ਚ ਅਕਾਲੀ ਦਲ ਅੰਮ੍ਰਿਤਸਰ ਦਾ ਇੱਥੇ ਕੀ ਸਟੈਂਡ ਹੈਗਾ? ਇਹਦੇ 'ਚ ਦੇਖੋ, ਪਹਿਲਾਂ ਤਾਂ ਮੈਂ ਕਰਾਂ ਬਾਕੀ ਪਾਰਟੀਆਂ ਦੀ ਗੱਲ ਹੈ ਕਿ ਜੇ ਆਪਾਂ ਬਾਦਲ ਅਕਾਲੀ ਦਲ ਦੀ ਗੱਲ ਕਰਦੇ ਹਾਂ ਉਹਦੇ ਲਈ ਜਿਹੜਾ ਮੀਡੀਆ 'ਚ ਬਹੁਤ ਕੁਝ ਲਾਏ ਨਾਲ ਆ ਰਿਹਾ ਵੀ ਲੋਕਾਂ 'ਚ ਕਿੰਨਾ ਕਰੋਹ ਹੈ। ਬਹੁਤ ਸਾਰੇ ਪਿੰਡਾਂ 'ਚ ਲਿਖ ਕੇ ਵੀ ਲਾਇਆ ਹੋਇਆ ਹੈ। ਜਿੰਨੇ ਦਿਨਾਂ 'ਚ ਅਸੀਂ ਇੱਕ ਪਿੰਡ 'ਚ ਗਏ ਸੀ, ਸ਼ਹੀਦ ਊਧਮ ਸਿੰਘ ਨਗਰ ਹੈਗਾ ਬਰਨਾਲੇ ਦੇ ਨੇੜੇ ਪਿੰਡ ਹੈ, ਉੱਥੇ ਅਸੀਂ ਗਏ ਸੀ। ਉਹਨਾਂ ਨੇ ਬਾਹਰ ਵੱਡਾ ਲਿਖ ਕੇ ਲਾਇਆ ਹੋਇਆ ਹੈ ਕਿ ਕੋਈ ਵੀ ਪੋਲੀਟੀਕਲ ਪਾਰਟੀ ਜਿਹੜੀ ਹੈ ਇਸ ਪਿੰਡ 'ਚ ਨਾ ਵੜੇ ਤੇ ਜੇ ਕੋਈ ਇੱਥੇ ਘਟਨਾ ਵਾਪਰਦੀ ਹੈ ਤਾਂ ਫਿਰ ਉਹ ਆਪ ਜ਼ਿੰਮੇਵਾਰ ਹੋਣਗੇ। ਜਦੋਂ ਸਾਡੀ ਪਾਰਟੀ ਨੇ ਉਹਨਾਂ ਤੱਕ ਪਹੁੰਚ ਕੀਤੀ, ਅਸੀਂ ਉਹਨਾਂ ਦੇ ਨਾਲ ਸੀ, ਅਸੀਂ ਉੱਥੇ ਗਏ ਹਾਂ, ਉਹਨਾਂ ਨੇ ਸਾਨੂੰ ਵੈਲਕਮ ਵੀ ਕੀਤਾ, ਉਹਨਾਂ ਨੇ ਸਾਨੂੰ ਉੱਥੇ ਸਟੇਜ ਵੀ ਲਾਈ ਹੈ ਤੇ ਗੱਲਬਾਤ ਵੀ ਸੁਣੀ ਹੈ ਉਹਨਾਂ ਨੇ 1 ਘੰਟਾ 1.5 ਘੰਟਾ। ਜਿਹੜੀ ਗੱਲ ਇਹਨਾਂ ਪਾਰਟੀਆਂ ਦੀ ਹੈ, ਚਾਹੇ ਕਾਂਗਰਸ ਦੀ ਹੈ ਜਾਂ ਆਮ ਆਦਮੀ ਪਾਰਟੀ ਦੀ ਹੈ, ਜੇ ਤਾਂ ਬਾਦਲ ਦੀ ਗੱਲ ਕਰੀਏ ਉਹਨਾਂ ਨੇ ਤਾਂ ਐਤਕੀ ਜਿਹੜਾ ਬਿਲਕੁਲ ਪੱਤਾ ਜਿਹੜਾ ਸਾਫ਼ ਕੀਤਾ ਜਾਊਗਾ। ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਰੋਹ ਹੈਗਾ ਉਹਨਾਂ ਦੇ ਖਿਲਾਫ। ਇਕੱਲਾ ਧਾਰਮਿਕ ਤੌਰ ਤੇ ਨਹੀਂ, ਹੋਰ ਬਹੁਤ ਸਾਰੀਆਂ ਸਮੱਸਿਆ ਹੈਗੀਆਂ, ਆਰਥਿਕ ਤੌਰ ਤੇ ਵੀ ਲਾ ਲਓ ਤੇ ਪੋਲੀਟੀਕਲੀ ਵੀ ਜਿਹੜਾ ਜਿੱਦਾਂ ਜਿਸ ਤਰੀਕੇ ਨਾਲ ਲੋਕਾਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਇਆ ਗਿਆ ਜਾਂ ਬਹੁਤ ਸਾਰੇ ਲੋਕ ਹੈ ਜਿਹਨਾਂ ਦੀ ਗਿਣਤੀ ਵੀ ਇੱਕ ਬਹੁਤ ਵੱਡਾ ਨੰਬਰ ਹੈ। ਜੇ ਮੈਂ ਕਹਾਂ ਕਿ 10,000 ਤੋਂ ਉੱਤੇ ਨੌਜਵਾਨ ਜਿਹੜਾ ਹੈ ਉਹ ਸਿਰਫ ਦੁਆਬੇ ਤੇ ਵਿੱਚ ਹੀ ਜਿਨ੍ਹਾਂ ਦੇ ਉੱਤੇ ਨਜਾਇਜ਼ ਇਹਨਾਂ ਨੇ ਨਸ਼ੇ ਪਾ ਕੇ ਤੇ ਉਹਨਾਂ ਨੂੰ ਜੇਲ੍ਹਾਂ 'ਚ ਡੱਕਿਆ ਹੋਇਆ। ਜਿਹੜਾ ਰੋਹ ਹੈ ਸਿੱਖਾਂ ਦੇ ਵਿੱਚ, ਖਾਸ ਕਰ ਪੰਜਾਬੀਆਂ ਦੇ ਵਿੱਚ ਬਹੁਤ ਜ਼ਿਆਦਾ ਹੈਗਾ ਇਹਨਾਂ ਦੇ ਖਿਲਾਫ। ਜੇ ਅਸੀਂ ਗੱਲ ਕਰੀਏ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ, ਬਹੁਤ ਸਾਰੇ ਲੋਕ ਜਿਹੜੇ ਅਜੇ ਦੁਚਿੱਤੀ ਚ ਨੇ, ਕੋਈ ਕਾਂਗਰਸ ਨੂੰ ਵੀ ਦੇਖਿਆ ਹੋਇਆ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਖਿਲਾਰਾ ਪਿਆ ਔਰ ਅੱਜ ਵੀ ਪੈ ਰਿਹਾ ਹੈ ਉਹਦੇ ਤੋਂ ਵੀ ਲੋਕ ਬਹੁਤ ਜ਼ਿਆਦਾ ਡਿਸਅਪੁਆਇੰਟ ਹੋਏ ਆ। ਔਰ ਇਸ ਵੇਲੇ ਜੇ ਆਪਾਂ ਕਹੀਏ, ਜਦੋਂ ਮੈਂ ਬਹੁਤ ਸਾਰੇ ਸ਼ਹਿਰਾਂ 'ਚ ਜਾਂਦਾ ਲੋਕਾਂ ਨਾਲ ਗੱਲਬਾਤ ਕਰਦਾ ਤਾਂ ਮੈਨੂੰ ਕੋਈ ਬੰਦਾ ਇਹੋ ਜਿਹਾ ਨਹੀਂ ਦੱਸਿਆ ਜਿਹਨੇ ਕਿਹਾ ਵੀ ਇਹ ਫਲਾਣੀ ਪਾਰਟੀ ਜਿਹੜੀ ਸਰਕਾਰ ਬਣਾਊਗੀ। ਜੇ ਆਪਣੀ ਪਾਰਟੀ ਦੀ ਗੱਲ ਕਰੀਏ, ਸਾਡਾ ਜਿਹੜਾ ਮੁੱਦਾ ਹੈਗਾ ਉਹ ਤਕਰੀਬਨ ਸਾਰਿਆਂ ਨੂੰ ਪਤਾ ਹੈ, ਪਰ ਅਸੀਂ ਇਸ ਵੇਲੇ ਬੇਸਿਕਲੀ ਜਿਹੜਾ ਮੁੱਦਾ ਜਿਹੜਾ ਪਿਛਲੇ 1.5 ਸਾਲ ਤੋਂ ਅਸੀਂ ਪਹਿਲੇ ਸਰਬੱਤ ਖਾਲਸਾ 2015 ਤੋਂ ਲੈ ਕੇ ਹੁਣ ਤੱਕ ਅਸੀਂ ਮੇਨ ਮੁੱਦਾ ਜਿਹੜਾ ਬਣਾਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਜਿਹੜੀ ਹੋ ਰਹੀ ਹੈ, ਇਹ ਜਿਹੜੀ ਹਰ ਹਾਲਤ ਦੇ ਵਿੱਚ ਰੁਕਣੀ ਚਾਹੀਦੀ ਹੈ। ਕੋਈ ਵੀ ਇਹੋ ਜਿਹੀ ਜਿਹੜੀ ਸਾਨੂੰ, ਚਾਹੇ ਆਮ ਆਦਮੀ ਪਾਰਟੀ ਹੋਵੇ ਜਾਂ ਉਹ ਕਾਂਗਰਸ ਹੋਵੇ, ਸਾਨੂੰ ਇਹਨਾਂ 'ਚ ਇਹੋ ਜਿਹੀ ਗੱਲ ਨਹੀਂ ਦੇਖ ਰਹੀ ਕਿ ਸਿੱਖਾਂ ਦੇ ਜਿਹੜੇ ਧਾਰਮਿਕ ਉਹਨਾਂ ਦੇ ਹੱਕ ਹੈਗੇ ਆ ਜਾਂ ਉਹਨਾਂ ਦੇ ਜਿਹੜੇ ਧੱਕਾ ਹੋ ਰਿਹਾ ਉਹਨੂੰ ਪ੍ਰੋਟੈਕਟ ਕਰ ਸਕਣਗੇ। ਤੇ ਇਸ ਕਰਕੇ ਅਸੀਂ ਜਦੋਂ ਜਾਂਦੇ ਹਾਂ ਪਿੰਡਾਂ 'ਚ ਜਾਈਏ, ਸ਼ਹਿਰ ਜਾਈਏ, ਰਿਸਪੌਂਸ ਬਹੁਤ ਹੈਗਾ, ਇਹਦੇ 'ਚ ਕੋਈ ਦੋਰਾਮਾ ਨਹੀਂ। ਪਰ ਇਹ ਗੱਲ ਵੀ ਮੰਨਣ 'ਚ ਮੈਨੂੰ ਕੋਈ ਇਨਕਾਰ ਨਹੀਂ ਹੈਗਾ ਕਿ ਸਾਡੀ ਜਿਹੜੀ ਪਾਰਟੀ ਹੈ ਜਾਂ ਹੋਰ ਜਿਹੜੇ ਸਹਿਯੋਗੀ ਸਰਬੱਤ ਖਾਲਸੇ ਵਾਲੀਆਂ ਪਾਰਟੀਆਂ ਸੀਗੀਆਂ ਉਹਨਾਂ ਨੇ ਆਪਣਾ ਬਹੁਤਾ ਸਮਾਂ ਜਿਹੜਾ ਇਹਨਾਂ ਕੰਮਾਂ 'ਚ ਲਾਇਆ ਸਰਬੱਤ ਖਾਲਸੇ 'ਚ ਜਾਂ ਇਹ ਧਾਰਮਿਕ ਮੁੱਦਿਆਂ ਦੇ ਵਿੱਚ। ਉਹ ਉਹਨਾਂ ਗਰਾਊਂਡ ਵਰਕ ਨਹੀਂ ਕਰ ਸਕਦੇ ਜਿੰਨਾ ਪੋਲੀਟੀਕਲੀ ਚਾਹੀਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕੀ ਰਿਜ਼ਲਟ ਆਉਣਗੇ ਇਸ ਵੇਲੇ ਬਹੁਤ ਅਨਸਰਟਨ ਹੈ ਇਹ ਗੱਲ। ਰੇਸ਼ਮ ਸਿੰਘ ਜੀ, ਜੇ ਅਕਾਲੀ ਦਲ ਅੰਮ੍ਰਿਤਸਰ ਦੀ ਖਾਸ ਤੌਰ ਤੇ ਗੱਲ ਕਰੀਏ ਤੇ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹੈਗੇ ਆ ਉਹ ਕਰੀਬ 86 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਆ ਤੇ ਸਾਰੇ ਹਲਕਿਆਂ ਦੇ ਵਿੱਚ ਤੁਹਾਡੀ ਵੀ ਰਿਪੋਰਟਿੰਗ ਹੈਗੀ ਆ, ਤੁਸੀਂ ਗਰਾਊਂਡ ਤੇ ਉੱਥੇ ਪੰਜਾਬ ਦੇ ਵਿੱਚ ਵਿਚਰ ਵੀ ਰਹੇ ਹੋ ਤੇ ਸਾਰਿਆਂ ਦਾ ਓਵਰਆਲ ਤੇ ਖਾਸ ਤੌਰ ਤੇ ਜੇ ਬਰਨਾਲਾ ਹਲਕੇ ਦੀ ਗੱਲ ਕੀਤੀ ਜਾਵੇ ਜਿੱਥੋਂ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਆ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਤਾਂ ਉਹਨਾਂ ਦੀ ਕੀ ਪੋਜੀਸ਼ਨ ਹੈਗੀ ਹੈ ਇਸ ਸਾਰੇ ਇਸ਼ੂ ਦੇ ਉੱਪਰ ਤੇ ਕਿੰਨਾ ਕੁ ਹੁੰਗਾਰਾ ਹੈਗਾ ਜੋ ਲੋਕਾਂ ਵੱਲੋਂ ਮਿਲ ਰਿਹਾ, ਤੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਿ ਜੇ ਅਸੀਂ ਪਿਛੋਕੜ ਨੂੰ ਵੀ ਦੇਖੀਏ ਚੋਣਾਂ ਦੇ ਹਵਾਲੇ ਨਾਲ ਤਾਂ ਜਿਹੜਾ ਅਕਾਲੀ ਦਲ ਅੰਮ੍ਰਿਤਸਰ ਦਾ ਗ੍ਰਾਫ ਹੈਗਾ ਉਹ ਲਗਾਤਾਰ ਜਿਹੜੀਆਂ ਵੋਟਾਂ ਨੇ ਉਹ ਘਟਦੀਆਂ ਜਾ ਰਹੀਆਂ ਨੇ। ਸੋ ਇਸ ਵਾਰ ਦੀ ਸਿਚੁਏਸ਼ਨ ਕੀ ਕਹਿੰਦੀ ਹੈ? ਤੁਹਾਨੂੰ ਲੱਗਦਾ ਕਿ ਜਿਹੜੀਆਂ ਵੋਟਾਂ ਨੇ ਉਹ ਵੱਧ ਸਕਦੀਆਂ ਨੇ, ਅਕਾਲੀ ਦਲ ਅੰਮ੍ਰਿਤਸਰ ਨੂੰ ਵੱਧ ਹੁੰਗਾਰਾ ਮਿਲੂਗਾ ਲੋਕਾਂ ਵੱਲੋਂ? ਤੁਸੀਂ ਕੀ ਐਨਾਲਾਈਜ਼ ਕਰਦੇ ਹੋ ਇਸ ਵਿੱਚੋਂ? ਦੇਖੋ, ਜੇ ਅੱਜ ਦੇ ਹਾਲਾਤ ਦੀ ਗੱਲ ਕਰੀਏ ਤਾਂ ਉਹਨੂੰ ਦੇਖ ਕੇ ਜਿਹੜਾ ਉਹ ਸਾਡੀ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਬਹੁਤ ਵੱਡਾ ਜਿਹੜਾ ਹੁੰਗਾਰਾ ਮਿਲ ਰਿਹਾ ਹੈ, ਕਿਉਂਕਿ ਅਸੀਂ 1.5 ਸਾਲ ਤੋਂ ਲਗਾਤਾਰ ਸਿੱਖਾਂ ਦੀਆਂ ਜਿਹੜੀਆਂ ਧਾਰਮਿਕ ਤੌਰ ਤੇ ਆਰਥਿਕ ਤੌਰ ਤੇ ਉਹਨਾਂ ਧੱਕਾ ਹੋ ਰਿਹਾ ਉਹਦੀ ਗੱਲ ਕਰਦੇ ਆ ਰਹੇ ਹਾਂ। ਤੇ ਦੂਸਰੀ ਗੱਲ ਜਿਹੜੀ ਅਸੀਂ ਲਗਾਤਾਰ ਕੀਤੀ ਹੈ ਬੜੇ ਲੰਮੇ ਸਮੇਂ ਤੋਂ ਸਾਡੀ ਪਾਰਟੀ ਨੇ ਕਿ
ਜਿਹੜੇ ਦੂਸਰੀਆਂ ਮਿਨੋਰਟੀ ਕਮੇਟੀਜ਼ ਹੈ ਉਹਨਾਂ ਦੇ ਹੱਕਾਂ ਲਈ ਅਸੀਂ ਹਰੇਕ ਜਗ੍ਹਾ ਜਾ ਕੇ ਖੜੇ ਹਾਂ, ਚਾਹੇ ਮੁਸਲਿਮ ਭਾਈਚਾਰਾ ਹੋਵੇ, ਹਿੰਦੂ ਭਾਈਚਾਰਾ ਹੋਵੇ, ਜਾਂ ਜਿਹੜੇ ਵੀ ਲੋਕ ਹੋਣ ਜਿਹੜੇ ਸਮੇਂ ਦੀਆਂ ਸਰਕਾਰਾਂ ਦੇ ਦਰੜੇ ਹੋਏ ਨੇ, ਜਿਹੜੇ ਦਬਾਏ ਹੋਏ ਨੇ, ਜਾਂ ਜਿਹੜੇ ਬਹੁਤ ਲੰਮੇ ਸਮੇਂ ਤੋਂ ਇਹਨਾਂ ਦੇ ਜ਼ਬਰ ਦਾ ਜਿਹੜਾ ਉਹ ਭੁਗਤ ਰਹੇ ਨੇ ਉਹ। ਸੋ ਉਹਨੂੰ ਲੈ ਕੇ ਉਹਦੇ ਚ ਜਿਹੜੇ ਖਾਸ ਕਰਕੇ ਜਿਹੜੀਆਂ ਘੱਟ ਗਿਣਤੀਆਂ ਨੇ ਜਾਂ ਚ ਦਲਿਤ ਭਾਈਚਾਰਾ ਵੀ ਆਉਂਦਾ, ਮੁਸਲਮਾਨ ਭਾਈਚਾਰਾ ਵੀ ਆਉਂਦਾ, ਉਹਨਾਂ ਵੱਲੋਂ ਰਿਸਪਾਂਸ ਜਿਹੜਾ ਉਹ ਬਹੁਤ ਵਧੀਆ ਹੈਗਾ। ਤੇ ਕੁਦਰਤੀ ਗੱਲ ਹੈ ਕਿਉਂਕਿ ਅਸੀਂ ਗੁਰੂ ਮਹਾਰਾਜ ਸਰੂਪਾਂ ਦੀ ਬੇਅਦਬੀ ਦੇ ਖਿਲਾਫ ਇੱਕ ਲੰਬੀ ਲੜਾਈ ਲੜੀ ਹੈ। ਸੋ ਸਿੱਖਾਂ ਦਾ ਹੁੰਗਾਰਾ ਹੋਣਾ ਕੁਦਰਤੀ ਗੱਲ ਹੈ। ਤੇ ਇਸ ਵੇਲੇ ਜਿਹੜਾ ਤੁਹਾਨੂੰ ਮੈਂ ਜਿਵੇਂ ਬੇਨਤੀ ਕੀਤੀ ਹੈ ਵੀ ਹੁੰਗਾਰਾ ਜਿਹੜਾ ਉਹ ਪੂਰੇ ਪੰਜਾਬ ਦੇ ਵਿੱਚ ਬਹੁਤ ਵਧੀਆ ਮਿਲ ਰਿਹਾ ਹੈ। ਇਹ ਗੱਲ ਮੈਂ ਗਾਰੰਟੀ ਨਾਲ ਕਹਿ ਸਕਦਾ ਕਿ ਪਹਿਲਾਂ ਨਾਲੋਂ ਨੰਬਰ ਸਾਡਾ ਜਿਹੜਾ ਉਹ ਬਹੁਤ ਉੱਚਾ ਹੋਊਗਾ ਇਸ ਵਾਰ ਜੀ। ਤੇ ਉਹਦੇ ਚ ਕਿੰਨੇ ਵਾਰ ਜਿੱਤਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ, ਪਰ ਅਸੀਂ ਹੋਪਫੁਲੀ ਇਹ ਕਹਿ ਸਕਦੇ ਹਾਂ ਕਿ ਅਸੀਂ 8 ਤੋਂ ਲੈ ਕੇ 10 ਸੀਟਾਂ ਤੱਕ ਅਸੀਂ ਫੋਕਸ ਕਰ ਰਹੇ ਹਾਂ, ਜਿੱਥੇ ਸਾਡੀ ਪੋਜੀਸ਼ਨ ਜਿਹੜੀ ਉਹ ਬਹੁਤ ਵਧੀਆ ਹੈਗੀ ਆ ਜੀ। ਰੇਸ਼ਮ ਸਿੰਘ ਜੀ, ਜਦੋਂ ਅਸੀਂ ਚੋਣਾਂ ਨੂੰ ਸਾਰੇ ਇਸ ਮਾਹੌਲ ਨੂੰ ਦੇਖਦੇ ਹਾਂ ਤਾਂ ਜਿਹੜਾ ਬਾਦਲ ਦਲ ਦੇ ਵਿਰੋਧ ਦੇ ਵਿੱਚ ਫੈਕਟਰ ਹੈਗਾ ਉਹਦਾ ਜਿਹੜਾ ਫਾਇਦਾ ਉਹ ਆਮ ਆਦਮੀ ਪਾਰਟੀ ਨੂੰ, ਕਾਂਗਰਸ ਨੂੰ, ਤੁਹਾਨੂੰ ਜਾਂ ਜਿਹੜੀਆਂ ਹੋਰ ਧਿਰਾਂ ਹੈਗੀਆਂ ਨੇ ਉਹਨਾਂ ਸਾਰਿਆਂ ਨੂੰ ਮਿਲਣ ਦੀ ਉਮੀਦ ਹੈਗੀ ਹੈ। ਤੇ ਪਰ ਦੇਖਣ ਵਾਲੀ ਗੱਲ ਇਹ ਹੁੰਦੀ ਹੈ ਕਿ ਕਿਹੜਾ ਬੰਦਾ ਜਾਂ ਕਿਹੜੀ ਪਾਰਟੀ ਹੈ ਜਿਹੜਾ ਉਹਨਾਂ ਨੂੰ ਵੋਟਰਸ ਨੂੰ ਜ਼ਿਆਦਾ ਆਪਣੇ ਵੱਲ ਖਿੱਚਣ ਦੇ ਵਿੱਚ ਕਾਮਯਾਬ ਹੁੰਦਾ। ਸੋ ਇਹਦੇ ਵਿੱਚ ਜਦੋਂ ਅਸੀਂ ਓਵਰਆਲ ਦੇਖਦੇ ਹਾਂ ਤਾਂ ਕਿਤੇ ਨਾ ਕਿਤੇ ਜਿਹੜੀ ਆਮ ਆਦਮੀ ਪਾਰਟੀ ਹੈਗੀ ਹੈ ਉਹਨੂੰ ਲੀਡ ਮਿਲਦੀ ਨਜ਼ਰ ਆਉਂਦੀ ਹੈ। ਜੇ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਦੇਖਣਾ ਹੋਵੇ, ਜਿਹੜੀਆਂ ਸਰਬੱਤ ਖਾਲਸਾ ਦੀਆਂ ਜਥੇਬੰਦੀਆਂ ਹੈਗੀਆਂ ਨੇ, ਯੂਨਾਈਟਿਡ ਅਕਾਲੀ ਦਲ ਹੈਗਾ, ਉਹਨਾਂ ਦੀ ਅੱਜ ਦੀ ਹੀ ਇੱਕ ਸਟੇਟਮੈਂਟ ਸੀਗੀ ਕਿ ਉਹਨਾਂ ਨੇ ਜਿੱਥੇ ਤੁਹਾਡੇ ਕੁਝ ਕੈਂਡੀਡੇਟਸ ਨੂੰ, ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟਸ ਨੂੰ ਸਪੋਰਟ ਕੀਤੀ ਹੈ, ਉੱਥੇ ਕਈ ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਦੀ ਵੀ ਉਹਨਾਂ ਨੇ ਸਪੋਰਟ ਕੀਤੀ ਹੈ, ਜਿਵੇਂ ਕਿ ਜਲਾਲਾਬਾਦ ਦੇ ਵਿੱਚੋਂ ਭਗਵੰਤ ਮਾਨ ਦੀ ਉਹਨਾਂ ਨੇ ਸਪੋਰਟ ਕੀਤੀ ਹੈ। ਸੋ ਜਿੱਥੇ ਜਿਹੜੀਆਂ ਧਿਰਾਂ ਤੁਹਾਡੇ ਨਾਲ ਖੜੀਆਂ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ, ਉਹ ਅੱਜ ਇੱਥੇ ਇੱਕ ਉਹਨਾਂ ਦਾ ਸਟੈਂਡ ਹੈਗਾ ਕਿ ਅਸੀਂ ਇਹਨਾਂ ਸੀਟਾਂ ਤੇ ਤੁਹਾਡੀ ਕਰਦੇ ਹਾਂ ਤੇ ਉਹਨਾਂ ਸੀਟਾਂ ਤੇ ਅਸੀਂ ਆਮ ਆਦਮੀ ਪਾਰਟੀ ਦੀ ਕਰਦੇ ਹਾਂ। ਉੱਥੇ ਜੇ ਅਸੀਂ ਆਮ ਵੋਟਰ ਨੂੰ ਦੇਖਣਾ ਹੋਵੇ ਤਾਂ ਉਹਨਾਂ ਨੂੰ ਕਨਵਿੰਸ ਕਰਨ ਦੇ ਵਿੱਚ ਤੁਸੀਂ ਕਿੰਨੇ ਕੁ ਕਾਮਯਾਬ ਹੋ ਸਕੋਗੇ, ਬਾਕੀ ਮੁੱਦਿਆਂ ਤੇ ਵੀ ਤੇ ਜਿਹੜੇ ਧਾਰਮਿਕ ਮੁੱਦਿਆਂ ਨੂੰ ਲੈ ਕੇ ਤੁਸੀਂ ਚੱਲ ਰਹੇ ਹੋ ਉਹਨਾਂ ਦੇ ਉੱਪਰ ਵੀ? ਸਪਸ਼ਟ ਕਰਨੀ ਚਾਹੁੰਦਾ ਕਿ ਜਿਹੜੀਆਂ ਸਰਬੱਤ ਖਾਲਸੇ ਦੀਆਂ ਧਿਰਾਂ, ਜਿਵੇਂ ਖਾਸ ਕਰਕੇ ਯੂਨਾਈਟਿਡ ਅਕਾਲੀ ਦਲ ਦੀ ਗੱਲ ਕਰਦੇ ਹਾਂ ਅਸੀਂ ਜੀ, ਪੋਲੀਟੀਕਲੀ ਆਪਾਂ ਸਾਰੇ ਜਾਣਦੇ ਹਾਂ ਕਿ ਸਾਡੇ ਹਮੇਸ਼ਾ ਉਹਨਾਂ ਦੇ ਨਾਲ ਡਿਫਰੈਂਸ ਰਹੇ ਆ। ਤੇ ਜੇ ਧਾਰਮਿਕ ਤੌਰ ਤੇ ਕੁਝ ਧਾਰਮਿਕ ਮੁੱਦਿਆਂ ਦੇ ਉੱਤੇ ਅਸੀਂ ਅੱਜ ਵੀ ਇਕੱਠੇ ਕੰਮ ਕਰਦੇ ਹਾਂ ਜੀ। ਪੋਲੀਟੀਕਲੀ ਜਿਵੇਂ ਉਹਨਾਂ ਨੇ ਇਹ ਐਡਮਿਟ ਕੀਤਾ ਹੋਇਆ ਵੀ ਜਿਹੜਾ ਗਾਂਧੀ ਦੀ ਫੋਟੋ ਹੈ, ਜਿਹੜਾ ਨੋਟ ਹੈ ਮੇਰੀ ਜੇਬ 'ਚ, ਅਸੀਂ ਸਾਰੇ ਬਿਆਨ ਸੁਣੇ ਹੋਏ ਹਾਂ ਜੀ। ਇਹ ਗੱਲ ਸਾਡੀ ਪਾਰਟੀ ਇਸ ਗੱਲੋਂ ਬੜੀ ਸੁਚੇਤ ਹੈ ਪਹਿਲਾਂ ਤੋਂ ਵੀ ਇਹ ਪੋਲੀਟੀਕਲੀ ਸਾਡੇ ਨਾਲ ਚੱਲ ਸਕਣਗੇ। ਇਹ ਆਪਾਂ ਨੂੰ ਪਹਿਲਾਂ ਪਤਾ, ਜੇ ਸਪੋਰਟ ਦੀ ਗੱਲ ਕਰਦੇ ਆ ਤੇ ਇਹ ਗੱਲ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉਹਨਾਂ ਦਾ ਪੋਲੀਟੀਕਲ ਜਿਹੜਾ ਵੋਟ ਬੈਂਕ ਹੈਗਾ ਉਹ ਕਿੰਨਾ ਕੁ ਵੱਡਾ ਹੈਗਾ। ਸਪੋਰਟ ਕਰਦੇ ਨੇ ਜੀ ਆਇਆਂ ਨੂੰ ਜੀ, ਸੱਤ ਵਚਨ। ਪਰ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਕਿ ਜਿਵੇਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, ਉਹਨਾਂ ਦਾ ਬਹੁਤ ਵੱਡਾ ਹੰਗਾਰਾ ਜਿਹੜਾ ਉਹਨੂੰ ਮਿਲ ਰਿਹਾ। ਤੇ ਦੇਖੋ ਜਿਹੜੀ ਗਰਾਊਂਡ ਲੈਵਲ ਤੇ ਸਿਚੁਏਸ਼ਨ ਹੋ ਰਿਹਾ, ਜਿਹੜੀ ਮੀਡੀਆ ਦੇ ਵਿੱਚ ਸਿਚੁਏਸ਼ਨ ਹੋ ਰਿਹਾ ਜੀ, ਮੀਡੀਆ ਕੋਸ਼ਿਸ਼ ਕਰ ਰਿਹਾ, ਸੋਸ਼ਲ ਮੀਡੀਆ ਖਾਸ ਕਰਕੇ ਸੋਸ਼ਲ ਮੀਡੀਆ ਤਾਂ ਇਹ ਕੋਸ਼ਿਸ਼ ਕਰ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਹਵਾਲਾ ਦੇ ਜਿੰਨਾ ਵੀ ਹੋ ਸਕਦਾ। ਪਰ ਜਿਹੜਾ ਇੱਥੋਂ ਦਾ ਇਲੈਕਟ੍ਰੋਨਿਕ ਜਾਂ ਸਰਕਾਰੀ ਮੀਡੀਆ ਕਹਿੰਦੇ ਜਿਹਨੂੰ ਜੀ, ਉਹਨਾਂ ਦੇ ਵਿੱਚ ਸਾਫ਼ ਨਜ਼ਰ ਆਉਂਦਾ ਕਿ ਬਾਦਲ ਨੇ ਤੇ ਕਾਂਗਰਸ ਨੇ ਸਮਝੌਤਾ ਕਰ ਲਿਆ ਕਿ ਇਸ ਵਾਰ ਅਸੀਂ ਕਾਂਗਰਸ ਨੂੰ ਲਿਆਉਣਾ ਹੈ। ਬਹੁਤ ਸਾਰੇ ਥਾਵਾਂ ਦੇ ਉੱਤੇ ਉਹਨਾਂ ਨੇ ਇਸ ਤਰੀਕੇ ਦਾ ਜਿਹੜਾ ਸਮਝੌਤਾ ਉਹਨਾਂ ਦਾ ਹੋਇਆ। ਔਰ ਜੇ ਤੁਸੀਂ ਗਰਾਊਂਡ ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕਰੋ ਤਾਂ ਸਾਨੂੰ ਇਹ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਇਹ ਗੱਲ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਹਾਰ ਮੰਨ ਲਈ ਹੈ, ਸੁਖਬੀਰ ਸਿੰਘ ਬਾਦਲ ਨੇ ਆਪਣੀ ਹਾਰ ਜਿਹੜੀ ਹੈ ਪੋਲੀਟੀਕਲ ਔਰਿਜਨ ਬਣ ਲਈ ਹੈ। ਇਹ ਚਾਹੁੰਦੇ ਨੇ ਕਿ ਜੇ ਕਾਂਗਰਸ ਆਵੇ ਤਾਂ 5 ਸਾਲ ਬਾਅਦ ਸਾਡੇ ਸਿਰ ਚਾਂਸ ਹੋ ਸਕਦੇ ਆ ਜੀ। ਕੋਈ ਵੀ ਪੋਲੀਟੀਕਲ ਪਾਰਟੀ ਆਉਂਦੀ ਹੈ ਤਾਂ ਹੋ ਸਕਦਾ ਉਹ ਵਾਸ਼ ਆਊਟ ਹੋ ਪੱਕੇ ਤੌਰ ਤੇ। ਸੋ ਇਸ ਕਰਕੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਲਿਆਉਣ ਦੇ ਹੱਕ ਚ ਹੈਗੇ ਆ। ਜਿਹੜੀ ਇਹ ਗੱਲ ਆਮ ਆਦਮੀ ਪਾਰਟੀ ਦੀ ਜਿੰਨੀ ਸੋਸ਼ਲ ਮੀਡੀਆ 'ਚ ਸਾਨੂੰ ਦਿਖਦੀ ਹੈ ਨਾ ਵੀ ਬਹੁਤ ਸਟਰੋਂਗ ਪੋਜੀਸ਼ਨ ਹੈਗੀ ਆ, ਉਹਨੂੰ ਵੀ ਹੈਗੀ ਕਿਉਂਕਿ ਜਿਹੜਾ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਹੈ, ਇੱਕ ਤਾਂ ਉਹਨਾਂ ਦੀ ਆਫਿਸ 'ਚ ਜਿਹੜੀ ਆ ਉਹ ਫੋਟੋ ਜਿਹੜੀ ਬਹੁਤ ਜ਼ਿਆਦਾ ਹੈ। ਦੂਜਾ, ਹਰ ਸਿੱਖ ਨੂੰ ਜਿਹਨੂੰ ਮਰਜ਼ੀ ਖੜਾ ਕੇ ਪੁੱਛ ਲਓ, ਇਸ ਗੱਲ ਤੋਂ ਸੁਚੇਤ ਹੋ ਚੁੱਕਿਆ ਕਿ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦੇ ਕਿਸੇ ਵੀ ਇੱਕ ਸਿੱਖ ਮਸਲੇ ਦੇ ਉੱਤੇ ਇਹਨਾਂ ਨੇ ਨਾ ਅਜੇ ਤੱਕ ਕੋਈ ਗੱਲ ਕੀਤੀ ਹੈ ਤੇ ਨਾ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਕਰਨੀ ਹੈ।
ਸਾਰੇ ਇਸ਼ੂ ਹੋਰ ਵੀ ਹੈਗੇ ਖੜੇ ਕੀਤੇ ਜਾ ਸਕਦੇ ਆ, ਜਿਨ੍ਹਾਂ ਦੇ ਵਿੱਚ ਜਿਵੇਂ ਨਿਰੰਕਾਰੀ ਵਿਚਾਰਧਾਰਾ ਦੀ ਉਹਨਾਂ ਨੇ ਸਪੋਰਟ ਕੀਤੀ ਹੈ ਤੇ ਸਿੱਖਾਂ ਦਾ ਉਹਦਾ ਬਿਲਕੁਲ ਬੜੇ ਲੰਮੇ ਸਮੇਂ ਤੋਂ ਉਸ ਗੱਲ ਨਾਲ ਵਿਰੋਧ ਹੈਗਾ। ਤੇ ਹੋਰ ਵੀ ਬਹੁਤ ਸਾਰੇ ਜਿਹੜੇ ਮੁੱਦੇ ਹੈਗੇ ਆ ਜਿਹੜੇ ਸਿੱਖਾਂ ਦੇ ਸਿਰਫ ਸਿੱਖਾਂ ਨਾਲ ਜੁੜੇ ਹੋਏ ਆ, ਜਿਵੇਂ ਪਾਣੀ ਦਾ ਮਸਲਾ ਹੈਗਾ, ਹੋਰ ਵੀ ਬਹੁਤ ਸਾਰੇ ਮਸਲੇ ਹੈਗੇ ਆ ਜਿਹੜੇ ਪੰਜਾਬ ਹਰਿਆਣੇ ਦੇ ਵਿੱਚ ਹੈਗੇ ਆ ਜਾਂ ਪੰਜਾਬ ਤੇ ਸੈਂਟਰ ਗਵਰਨਮੈਂਟ ਦੇ ਵਿੱਚ ਹੈਗੇ ਆ। ਉਹਨਾਂ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬਿਲਕੁਲ ਕਲੀਅਰ ਨਹੀਂ ਹੈਗੀ। ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਜਿਹੜੀ ਵੋਟ ਬੈਂਕ ਹੈ ਉਹ ਸਾਡੇ ਹੱਕ ਦੇ ਵਿੱਚ ਭੁਗਤੇ, ਕਿਉਂਕਿ ਅਸੀਂ ਇਸ ਗੱਲ ਨੂੰ ਦੁਆ ਕਰਦੇ ਹਾਂ, ਝੂਠਾ ਵਾਅਦਾ ਅਸੀਂ ਕਿਸੇ ਨਾਲ ਕਰ ਨਹੀਂ ਸਕਦੇ। ਅਸੀਂ ਬਾਰ-ਬਾਰ ਸਟੇਜਾਂ ਦੇ ਵਿੱਚ ਹੈ ਇੱਕ ਕਹਿੰਦੇ ਅਸੀਂ ਬਹੁਤ ਕੁਝ ਕਹਿ ਸਕਦੇ ਹਾਂ, ਪਰ ਅਸੀਂ ਉਹ ਗੱਲ ਨਹੀਂ ਕਰਾਂਗੇ ਜਿਹਦੇ ਤੇ ਸਾਨੂੰ ਫਿਰ ਵਾਪਸ ਜਿਹੜੀ ਹੈ ਉਹ ਲੋਕਾਂ ਕੋਲ ਮਾਫੀ ਮੰਗਣੀ ਪਵੇ। ਸੋ ਸਾਡੇ ਵਿੱਚ ਤੇ ਬਾਕੀ ਪੋਲੀਟੀਕਲ ਪਾਰਟੀਆਂ ਦੇ ਵਿੱਚ ਇੰਨਾ ਕੁ ਫਰਕ ਹੈ ਕਿ ਅਸੀਂ ਉਨੀ ਗੱਲ ਹੀ ਜਿਹੜੀ ਲੋਕਾਂ ਨੂੰ ਕਹਿ ਰਹੇ ਹਾਂ ਜਿੰਨੀ ਅਸੀਂ ਕਰ ਸਕਦੇ ਹਾਂ। ਜਿਹੜੇ ਪੋਲੀਟੀਕਲ ਵਾਅਦੇ ਕੀਤੇ ਜਾਂਦੇ ਆ, ਅਸੀਂ ਵਿਸ਼ਵਾਸ ਕਰ ਰਹੇ ਹਾਂ। ਜਿਹੜੀ ਗਰਾਊਂਡ ਰਿਐਲਿਟੀ ਇਹ ਹੈ ਕਿ ਪੰਜਾਬ ਦੀ ਆਰਥਿਕ ਹਾਲਤ ਜਿਹੜੀ ਹੈ ਬਹੁਤ ਜ਼ਿਆਦਾ ਮਾੜੀ ਹੈ, ਜਿਹੜੀ ਕਿਆਸ ਵੀ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਜਿਹੜਾ ਇਸ ਵੇਲੇ ਪੋਲੀਟੀਕਲ ਜਿਹੜਾ ਰਿਜ਼ਲਟ ਹੋਣਗੇ ਉਹ ਬਹੁਤ ਹੈਰਾਨ ਕਰਨ ਵਾਲੇ ਹੋਣਗੇ। ਜੀ ਬਿਲਕੁਲ। ਭਾਈ ਰੇਸ਼ਮ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਆ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਤੁਹਾਡਾ, ਤੁਹਾਡੀ ਟੀਮ ਦਾ ਤੇ ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਹੈ ਜੀ। ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਫਿਰ ਵੀ ਜਿਹੜੀਆਂ ਪੰਥਕ ਜਥੇਬੰਦੀਆਂ ਉਹਨਾਂ ਨੂੰ ਇਸੇ ਤਰ੍ਹਾਂ ਉਹਨਾਂ ਦੇ ਵਿਚਾਰ ਜਿਹੜੇ ਲੋਕਾਂ ਦੇ ਸਾਹਮਣੇ ਕਰਦੇ ਰਹੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਜਿੱਥੇ ਸਾਡਾ ਸਮਾਂ ਅੱਜ ਸਮਾਪਤੀ ਵੱਲ ਜਾ ਰਿਹਾ, ਮੈਂ ਜਾਂਦੇ ਜਾਂਦੇ ਤੁਹਾਨੂੰ ਫਿਰ ਇੱਕ ਵਾਰ ਦੱਸ ਦਿਆਂ ਕਿ ਜਿਹੜੇ ਸਾਡੇ ਵਿਊਅਰਸ ਸਾਡੇ ਨਾਲ ਇੱਥੋਂ ਅਮਰੀਕਾ ਤੇ ਕੈਨੇਡਾ ਦੇ ਵਿੱਚੋਂ ਡਿਫਰੈਂਟ ਕੇਬਲ ਨੈਟਵਰਕਸ ਦੇ ਦੁਆਰਾ ਜੁੜੇ ਹੋਏ ਆ, ਉਹ ਸਾਨੂੰ ਗਲੋਬਲ CPN ਐਪ ਦੇ ਉੱਪਰ ਗਲੋਬਲੀ ਸਾਨੂੰ ਦੇਖ ਸਕਦੇ ਆ। ਇਹਦੇ ਵਿੱਚ 5 ਚੈਨਲਸ ਹੈਗੇ ਆ। ਤੁਸੀਂ www.globalcpn.tv ਤੇ ਜਾ ਕੇ ਇਹਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਆਪਣੇ ਟੀਵੀਜ਼ ਦੇ ਉੱਤੇ, ਆਪਣੇ ਸਮਾਰਟਫੋਨਸ ਦੇ ਉੱਤੇ, ਲੈਪਟਾਪਸ ਦੇ ਉੱਤੇ, ਕੰਪਿਊਟਰਸ ਦੇ ਉੱਪਰ ਇਹਨੂੰ ਤੁਸੀਂ ਵਾਚ ਕਰ ਸਕਦੇ ਹੋ। ਇਹਦੇ 'ਚ 5 ਚੈਨਲਸ ਅਵੇਲੇਬਲ ਨੇ। ਤੇ ਜਿਹੜੀ ਸਾਡੀ TV84 ਦੀ ਹੈਗੀ ਹੈ, ਅਸੀਂ ਵੀ ਤੁਹਾਡੇ ਜਿਹੜੀ ਵਿੱਤੀ ਸਹਾਇਤਾ ਦੇ ਨਾਲ ਹੀ ਆਪਣਾ ਕੰਮਕਾਜ ਜਿਹੜਾ ਹੈਗਾ ਉਹ ਚਲਾ ਪਾ ਰਹੇ ਹਾਂ। ਤੇ ਸਾਨੂੰ ਤੁਹਾਡੀ ਮਦਦ ਦੀ ਅੱਗੇ ਵੀ ਲੋੜ ਹੈਗੀ ਆ। ਸਾਨੂੰ ਡੋਨੇਟ ਕਰਨ ਦੇ ਲਈ ਤੁਸੀਂ www.tv84.tv ਤੇ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ, ਮੰਥਲੀ ਪਲੈਜ ਕਰ ਸਕਦੇ ਹੋ ਡੋਨੇਸ਼ਨਸ ਦੇ ਲਈ। ਸੋ ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।